ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਰਜ਼ੀਆਂ ਲੈਣੀਆਂ ਕੀਤੀਆਂ ਬੰਦ। ਅਮਰੀਕਾ ਨੇ ਚੀਨੀ ਏਅਰਲਾਈਨ ਦੀਆਂ 44 ਉਡਾਣਾਂ ਕੀਤੀਆਂ ਰੱਦ। ਬਾਈਡਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਡਾ ਵਿਚਾਲੇ ਵਰਚੁਅਲ ਗੱਲਬਾਤ ਦੌਰਾਨ ਅਹਿਮ ਮੁੱਦਿਆਂ ਬਾਰੇ ਚਰਚਾ। ਯੂਕਰੇਨ ਦੀ ਸਰਹੱਦ ਪਾਰ ਕਰਨ ਤੇ ਰੂਸ ਨੂੰ ਭਾਰੀ ਕੀਮਤ ਚੁਕਾਉਣੀ ਹੋਏਗੀ। ਜੋ ਬਾਈਡਨ। ਯੂਰਪ 'ਚ ਹਜ਼ਾਰਾਂ ਲੋਕਾਂ ਨੇ ਵੈਕਸੀਨ ਪਾਸਪੋਰਟ ਖਿਲਾਫ ਕੀਤਾ ਪ੍ਰਦਰਸ਼ਨ। ਮਨੁੱਖੀ ਤਸਕਰੀ ਰੋਕਣ ਲਈ ਚੁੱਕ ਰਹੇ ਹਾਂ ਢੁਕਵੇਂ ਕਦਮ ਟਰੂਡੋ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਮੀਗ੍ਰੇਸ਼ਨ ਅਰਜ਼ੀਆਂ ਦੇ ਢੇਰ ਲੱਗਣ ਤੋਂ ਪਰੇਸ਼ਾਨ ਕੈਨੇਡਾ ਸਰਕਾਰ ਨੇ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਆਰਜ਼ੀ ਤੌਰ ਤੇ ਬੰਦ ਕਰ ਦਿੱਤੀ ਹੈ। ਨੈਸ਼ਨਲ ਪੋਸਟ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਾਈ ਸਕਿਲਡ ਵਰਕਰਾਂ ਦੀਆਂ ਸ਼੍ਰੇਣੀ ਵਿੱਚ ਪੀਆਰ ਵਾਸਤੇ ਨਵੇਂ ਸੱਦੇ ਭੇਜਣ ਦੀ ਪ੍ਰਕਿਰਿਆ ਫਿਲਹਾਲ ਰੋਕ ਦਿੱਤੀ ਗਈ ਹੈ ਅਤੇ ਬੈਕਲੌਗ ਦੀ ਸਮੱਸਿਆ ਨਾਲ ਨਜਿੱਠਣ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਏਗਾ। ਇਮੀਗ੍ਰੇਸ਼ਨ ਵਕੀਲ ਸਟੀਵਨ ਮਰਨ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੇ ਮੀਮੋ ਵਿੱਚ ਕਿਹਾ ਗਿਆ ਹੈ ਕਿ ਹਾਈ ਸਕਿਲਡ ਵਰਕਰਾਂ ਵੱਲੋਂ ਦਾਖਲ ਅਰਜ਼ੀਆਂ ਦਾ ਬੈਕਲੌਗ 76,000 ਤੱਕ ਪਹੁੰਚ ਗਿਆ ਹੈ ਅਤੇ ਇਹ ਗਿਣਤੀ 2023 ਵਾਸਤੇ ਇਸ ਸ਼੍ਰੇਣੀ ਅਧੀਨ ਤੈਅ ਟੀਚੇ ਤੋਂ ਵੱਧ ਬਣਦੀ ਹੈ। ਮੀਮੋ ਕਹਿੰਦਾ ਹੈ ਕਿ ਐਕਸਪ੍ਰੈਸ ਐਂਟਰੀ ਪ੍ਰੋਗਰਾਮ, ਜਿਸ ਵਿੱਚ ਸਕਿਲਡ ਵਰਕਰਾਂ ਤੋਂ ਇਲਾਵਾ ਕੈਨੇਡੀਅਨ ਤਜਰਬੇ ਵਾਲੇ ਪ੍ਰਵਾਸੀ ਵੀ ਸ਼ਾਮਲ ਨੇ, ਅਧੀਨ ਅਰਜ਼ੀਆਂ ਦੀ ਗਿਣਤੀ 'ਚ 2,07,000 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਪਰਿਵਾਰਾਂ ਦੇ ਮਿਲਾਪ ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਵੱਖਰੇ ਤੌਰ ਤੇ ਅਰਜ਼ੀਆਂ ਪਹੁੰਚਦੀਆਂ ਨੇ। ਅਮਰੀਕਾ ਤੇ ਚੀਨ ਵਿਚਾਲੇ ਤਣਾਅ ਇੱਕ ਵਾਰੀ ਫਿਰ ਸਿਖਰ ਤੇ ਹੈ। ਅਮਰੀਕੀ ਸਰਕਾਰ ਨੇ ਸ਼ੁੱਕਰਵਾਰ ਨੂੰ ਚੀਨ ਲਈ ਉਡਾਣਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ 30 ਜਨਵਰੀ ਤੋਂ ਲਾਗੂ ਹੋ ਜਾਏਗਾ। ਦਰਅਸਲ ਕੁਝ ਦਿਨ ਪਹਿਲਾਂ ਚੀਨ ਨੇ ਕਰੋਨਾ ਦਾ ਹਵਾਲਾ ਦਿੰਦੇ ਹੋਏ ਕੁਝ ਅਮਰੀਕੀ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। ਹੁਣ ਅਮਰੀਕਾ ਨੇ ਇਸ ਦਾ ਜਵਾਬ ਦਿੱਤਾ ਹੈ। ਅਮਰੀਕੀ ਏਅਰਲਾਈਨਸ ਦੀਆਂ ਉਡਾਣਾਂ ਨੂੰ ਰੱਦ ਕਰਨ ਲਈ ਚੀਨ ਦੇ ਦਬਾਅ ਦੇ ਵਿੱਚ ਅਮਰੀਕਾ ਨੇ ਚੀਨੀ ਏਅਰਲਾਈਨਸ ਦੀਆਂ 44 ਉਡਾਣਾਂ ਨੂੰ ਰੋਕ ਦਿੱਤਾ ਹੈ। ਅਮਰੀਕਾ ਦੇ ਆਵਾਜਾਈ ਵਿਭਾਗ ਦੇ ਸ਼ੁੱਕਰਵਾਰ ਦੇ ਆਦੇਸ਼ ਨਾਲ 4 ਚੀਨੀ ਏਅਰਲਾਈਨਾਂ ਪ੍ਰਭਾਵਿਤ ਹੋਣਗੀਆਂ। ਇਸ ਕਾਰਨ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਿਹਾ ਵਿਵਾਦ ਵੱਧ ਗਿਆ ਹੈ। ਜੋ ਬਾਈਡਨ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਚੀਨ ਦੇ 6 ਮੇਨ ਏਅਰਲਾਈਨਸ ਏਅਰ ਚਾਈਨਾ, ਚਾਈਨਾ ਸਦਰਨ ਏਅਰਲਾਈਨਸ ਅਤੇ ਚਾਈਨਾ ਈਸਟਰਨ ਏਅਰਲਾਈਨਸ ਦੀਆਂ ਉਡਾਣਾਂ ਤੇ ਅਸਰ ਪਏਗਾ। ਚੀਨ ਨੇ ਡੈਲਟਾ ਏਅਰਲਾਈਨਸ, ਯੂਨਾਈਟਿਡ ਏਅਰਲਾਈਨਸ ਅਤੇ ਅਮਰੀਕਨ ਏਅਰਲਾਈਨਸ ਦੇ ਕੁਝ ਯਾਤਰੀਆਂ ਦੇ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਦੇਸ਼ ਵਿੱਚ ਇਹਨਾਂ ਏਅਰਲਾਈਨਸ ਦੀਆਂ ਉਡਾਣਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਚੀਨ ਦੀਆਂ ਕਾਰਵਾਈਆਂ ਨੇ ਹਰ ਦੇਸ਼ ਦੀ ਦੂਜੇ ਦੇਸ਼ ਦੀਆਂ ਏਅਰਲਾਈਨਾਂ ਤੱਕ ਪਹੁੰਚ ਤੇ ਸੰਧੀ ਦੀ ਉਲੰਘਣਾ ਕੀਤੀ ਹੈ। ਆਵਾਜਾਈ ਵਿਭਾਗ ਨੇ ਕਿਹਾ ਕਿ ਅਮਰੀਕੀ ਏਅਰਲਾਈਨਸ ਦੀਆਂ 44 ਉਡਾਣਾਂ ਨੂੰ ਰੋਕਣ ਦਾ ਚੀਨ ਦਾ ਫੈਸਲਾ ਜਨਹਿੱਤ ਦੇ ਵਿਰੁੱਧ ਹੈ ਅਤੇ ਵਿਭਾਗ ਨੂੰ ਬਰਾਬਰ ਅਨੁਪਾਤ ਵਿੱਚ ਬਦਲ ਲੈਣ ਦੀ ਮੰਗ ਕਰਦਾ ਹੈ। ਅਮਰੀਕੀ ਆਦੇਸ਼ ਦੇ ਤਹਿਤ 30 ਜਨਵਰੀ ਤੋਂ 29 ਮਾਰਚ ਤੱਕ ਬੀਚ ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਸ ਦੀਆਂ 44 ਉਡਾਣਾਂ, ਚਾਈਨਾ ਸਾਊਦਰਨ ਏਅਰਲਾਈਨਸ ਅਤੇ ਜ਼ਿਆਮੀਨ ਏਅਰਲਾਈਨਸ ਨੂੰ ਰੱਦ ਕੀਤਾ ਜਾਏਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਡਾ ਨਾਲ ਹੋਈ ਵਰਚੁਅਲ ਗੱਲਬਾਤ ਦੌਰਾਨ ਦੁਪਾਸੜ ਮੁੱਦਿਆਂ ਤੋਂ ਇਲਾਵਾ ਕੌਮਾਂਤਰੀ ਮੁੱਦਿਆਂ ਬਾਰੇ ਅਹਿਮ ਚਰਚਾ ਹੋਈ ਹੈ। ਗੱਲਬਾਤ ਦੌਰਾਨ ਖਿੱਤੇ ਵਿੱਚ ਚੀਨ ਦਾ ਹਮਲਾਵਰ ਰੁਖ ਅਤੇ ਉਸ ਵੱਲੋਂ ਵਧਾਈ ਜਾ ਰਹੀ ਫੌਜੀ ਤਾਕਤ ਵਿਚਾਰ ਵਟਾਂਦਰੇ ਦੇ ਪ੍ਰਮੁੱਖ ਮੁੱਦੇ ਰਹੇ। ਬਾਈਡਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸ਼ੀਡਾ ਨੇ ਵਿਸ਼ੇਸ਼ ਤੌਰ ਤੇ ਚੀਨ ਦੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਉੱਪਰ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਦੱਖਣ ਦੇ ਪੂਰਬੀ ਚੀਨ ਸਮੁੰਦਰ ਵਿੱਚ ਬੀਜਿੰਗ ਦੀਆਂ ਕਾਰਵਾਈਆਂ ਬਾਰੇ ਵੀ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ। ਦੋਨਾਂ ਆਗੂਆਂ ਵਿਚਾਲੇ 90 ਮਿੰਟ ਹੋਈ ਗੱਲਬਾਤ ਦੌਰਾਨ ਯੂਕਰੇਨ ਦੇ ਤਾਜ਼ਾ ਸੰਕਟ ਦੇ ਮੁੱਦੇ ਉੱਪਰ ਵੀ ਚਰਚਾ ਹੋਈ ਹੈ। ਵਰਚੁਅਲ ਗੱਲਬਾਤ ਦੌਰਾਨ ਕਿਸ਼ੀਡਾ ਨੇ ਬਾਈਡਨ ਨੂੰ ਜਾਪਾਨ ਆਉਣ ਦਾ ਸੱਦਾ ਦਿੱਤਾ, ਜੋ ਉਹਨਾਂ ਨੇ ਪ੍ਰਵਾਨ ਕਰ ਲਿਆ। ਬਾਈਡਨ ਇਸ ਸਾਲ ਦੇ ਅਖੀਰ ਵਿੱਚ ਜਾਪਾਨ ਦਾ ਦੌਰਾ ਕਰਨਗੇ। ਤਰੀਕ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਏਗਾ। ਬਾਈਡਨ ਦੀ ਰਾਸ਼ਟਰਪਤੀ ਵਜੋਂ ਏਸ਼ੀਆ ਦੀ ਇਹ ਪਹਿਲੀ ਯਾਤਰਾ ਹੋਏਗੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜੇਕਰ ਰੂਸ ਦੀਆਂ ਫੌਜੀ ਇਕਾਈਆਂ ਯੂਕਰੇਨ ਦੀ ਸਰਹੱਦ ਪਾਰ ਕਰਦੀਆਂ ਨੇ ਤਾਂ ਉਸ ਨੂੰ ਹਮਲਾ ਮੰਨਿਆ ਜਾਏਗਾ ਅਤੇ ਰੂਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਅਮਰੀਕਾ ਦੇ ਵਿੱਤ ਮੰਤਰਾਲਾ ਨੇ ਬੀਤੇ ਦਿਨ ਕੁਝ ਲੋਕਾਂ ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ, ਜਿਨ੍ਹਾਂ ਤੇ ਦੋਸ਼ ਹੈ ਕਿ ਉਹ ਯੂਕਰੇਨ ਤੇ
ਹਮਲਾ ਕਰਨ ਵਿੱਚ ਰੂਸ ਦੀ ਮਦਦ ਕਰ ਰਹੇ ਨੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਇਹ ਕਾਰਵਾਈ ਰੂਸ ਦੇ ਪ੍ਰਭਾਵਿਤ ਕਰਨ ਵਾਲੇ ਨੈਟਵਰਕ ਦਾ ਮੁਕਾਬਲਾ ਕਰਨ ਅਤੇ ਯੂਕਰੇਨ ਨੂੰ ਅਸਥਿਰ ਕਰਨ ਲਈ ਉਸਦੇ ਖਤਰਨਾਕ ਅਤੇ ਮੌਜੂਦਾ ਮੁਹਿੰਮ ਨੂੰ ਬੇਨਕਾਬ ਕਰਨ ਦੇ ਸਾਡੇ ਲੰਬੇ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ। ਸਾਕੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਲੋਕ ਯੂਕਰੇਨ ਵਿੱਚ ਰੂਸ ਦੇ ਅਸਥਿਰ ਕਰਨ ਵਾਲੀ ਮੁਹਿੰਮ ਦਾ ਹਿੱਸਾ ਨੇ। ਅਸੀਂ ਯੂਕਰੇਨ ਦੀ ਸਰਕਾਰ ਨਾਲ ਖੜੇ ਹਾਂ। ਯੂਰਪੀ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਸੜਕਾਂ ਤੇ ਉਤਰ ਕੇ ਵੈਕਸੀਨ ਪਾਸਪੋਰਟ ਅਤੇ ਸਰਕਾਰਾਂ ਦੁਆਰਾ ਲਗਾਈਆਂ ਗਈਆਂ ਹੋਰ ਸ਼ਰਤਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਹੈਲਸਿੰਕੀ ਦੇ ਨਾਲ-ਨਾਲ ਐਥਨਜ਼, ਲੰਡਨ, ਪੈਰਿਸ ਅਤੇ ਸਟਾਕਹੋਮ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸੋਮਵਾਰ ਤੋਂ ਲਾਗੂ ਕੀਤੇ ਜਾ ਰਹੇ ਕਰੋਨਾ ਪਾਸ ਦੇ ਵਿਰੋਧ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਇਸ ਪਾਸ ਦੇ ਲਾਗੂ ਹੋਣ ਕਾਰਨ ਟੀਕਾਕਰਨ ਨਾ ਕਰਵਾਉਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਉਹਨਾਂ ਨੂੰ ਘਰੇਲੂ ਉਡਾਣਾਂ, ਖੇਡ ਸਮਾਗਮਾਂ, ਬਾਰਾਂ, ਸਿਨੇਮਾ ਹਾਲ ਆਦਿ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਏਗੀ। ਸਵੀਡਨ ਵਿੱਚ ਵੀ ਇੱਕ ਬੰਦ ਜਗ੍ਹਾ ਵਿੱਚ 50 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਲਈ ਇੱਕ ਵੈਕਸੀਨ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਸਟਾਕਹੋਮ ਵਿੱਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸਵੀਡਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗੋਟੇਨਬਰਗ ਵਿੱਚ 1000 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਬਿੱਲ ਮੁਤਾਬਕ ਸਿਰਫ ਉਹਨਾਂ ਲੋਕਾਂ ਨੂੰ ਮੇਲਿਆਂ, ਸੈਮੀਨਾਰ, ਰੈਸਟੋਰੈਂਟਾਂ, ਥੀਏਟਰਾਂ, ਅਜਾਇਬ ਘਰਾਂ, ਵਪਾਰ ਮੇਲਿਆਂ ਅਤੇ ਹੋਰ ਜਨਤਕ ਥਾਵਾਂ ਤੇ ਜਾਣ ਦੀ ਆਗਿਆ ਹੋਏਗੀ ਜਿਨ੍ਹਾਂ ਨੂੰ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਨੇ। ਪਹਿਲਾਂ ਫਰਾਂਸ ਵਿੱਚ ਜਨਤਕ ਥਾਵਾਂ ਤੇ ਜਾਣ ਸਮੇਂ ਨੈਗੇਟਿਵ ਕੋਵਿਡ ਰਿਪੋਰਟ ਦਿਖਾਉਣੀ ਲਾਜ਼ਮੀ ਸੀ, ਪਰ ਹੁਣ ਵੈਕਸੀਨ ਪਾਸ ਦਿਖਾਉਣਾ ਜ਼ਰੂਰੀ ਹੋ ਗਿਆ। ਕਈ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਇਸ ਬਿੱਲ ਦਾ ਵਿਰੋਧ ਕੀਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਬਿੱਲ ਕਾਰਨ ਸਿਰਫ ਪੁਲਿਸ ਹੀ ਨਹੀਂ ਸਗੋਂ ਹੋਰ ਨਾਗਰਿਕ ਵੀ ਹਰ ਜਾਂ ਦੂਜਿਆਂ ਦੀ ਜਾਂਚ ਸ਼ੁਰੂ ਕਰ ਦੇਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅਮਰੀਕਾ ਨਾਲ ਬਹੁਤ ਹੀ ਨੇੜਿਓਂ ਕੰਮ ਕਰ ਰਹੀ ਹੈ। ਉਹਨਾਂ ਦਾ ਇਹ ਬਿਆਨ ਅਮਰੀਕਾ ਨਾਲ ਲੱਗਦੀ ਕੈਨੇਡੀਅਨ ਸਰਹੱਦ ਤੇ ਕੜਾਕੇ ਦੀ ਠੰਡ ਕਾਰਨ ਇੱਕ ਬੱਚੇ ਸਮੇਤ 4 ਭਾਰਤੀਆਂ ਦੀ ਮੌਤ ਤੋਂ ਇੱਕ ਦਿਨ ਬਾਅਦ ਆਇਆ। ਮਰਨ ਵਾਲੇ ਸਾਰੇ ਇੱਕ ਹੀ ਪਰਿਵਾਰ ਦੇ ਸਨ। ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲੀ ਤਰਾਸਦੀ ਕਰਾਰ ਦਿੰਦੇ ਹੋਏ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕੀ ਸਰਹੱਦ ਪਾਰੋਂ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਟਰੂਡੋ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, ਇਹ ਪੂਰੀ ਤਰ੍ਹਾਂ ਨਾਲ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ। ਕਿਸੇ ਪਰਿਵਾਰ ਨੂੰ ਇਸ ਤਰ੍ਹਾਂ ਮਰਦੇ ਦੇਖਣਾ ਬੇਹੱਦ ਤਰਾਸਦੀ ਹੈ। ਉਹਨਾਂ ਨੇ ਕਿਹਾ, ਇਹੀ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਅਨਿਯਮਿਤ ਜਾਂ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਅਜਿਹਾ ਕਰਨ ਵਿੱਚ ਵੱਡੇ ਖਤਰੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤਸਕਰੀ ਨੂੰ ਰੋਕਣ ਅਤੇ ਲੋਕਾਂ ਨੂੰ ਅਸਵੀਕਾਰ ਕਰਨ ਯੋਗ जोखिम ਲੈਣ ਤੋਂ ਰੋਕਣ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ। ਕੈਨੇਡੀਅਨ ਅਧਿਕਾਰੀਆਂ ਅਨੁਸਾਰ ਇਹ ਘਟਨਾ ਅਸਧਾਰਨ ਸੀ ਕਿਉਂਕਿ ਗੈਰ ਕਾਨੂੰਨੀ ਪ੍ਰਵਾਸੀ ਆਮ ਤੌਰ ਤੇ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ, ਨਾ ਕਿ ਇੱਥੋਂ ਉੱਥੇ ਜਾਣ ਦੀ। ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਡੋਨਾਲਡ ਟਰੰਪ ਦੀ ਚੋਣ ਤੋਂ ਬਾਅਦ 2016 ਚ ਕੈਨੇਡਾ ਵਿੱਚ ਪੈਦਲ ਸਰਹੱਦ ਪਾਰ ਕਰਨ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ 4 ਲੋਕਾਂ ਦੀਆਂ ਲਾਸ਼ਾਂ, 2 ਬਾਲਗ, 1 ਕਿਸ਼ੋਰ ਅਤੇ 1 ਬੱਚਾ ਦੱਖਣ ਮੱਧ ਮੈਨੀਟੋਬਾ ਵਿੱਚ ਐਮਰਸਨ ਖੇਤਰ ਦੇ ਨੇੜੇ ਅਮਰੀਕਾ ਕੈਨੇਡਾ ਸਰਹੱਦ ਦੇ ਕੈਨੇਡੀਅਨ ਪਾਸਿਓਂ ਮਿਲੀਆਂ। ਹਾਈਵੇ ਉੱਪਰ ਦੇਖ-ਰੇਖ ਦੇ ਮਾੜੇ ਪ੍ਰਬੰਧਾਂ ਅਤੇ ਡਰਾਈਵਿੰਗ ਲਈ ਖਤਰਨਾਕ ਹਾਲਾਤਾਂ ਦਾ ਵਿਰੋਧ ਵਿੱਚ ਸੈਂਕੜੇ ਟਰੱਕ ਚਾਲਕਾਂ ਨੇ ਸਰੀ ਵਿਖੇ ਵਿਸ਼ਾਲ ਰੈਲੀ ਕੱਢੀ ਹੈ। ਰੈਲੀ ਦੌਰਾਨ ਟਰੱਕ ਚਾਲਕਾਂ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਵੈਸਟ ਕੋਸਟ ਤੱਕ ਰੋਸ ਮਾਰਚ ਕੀਤਾ। ਰੈਲੀ ਵਿੱਚ ਟਰੱਕ ਚਾਲਕਾਂ ਦੇ ਬੱਚਿਆਂ ਦੀ ਵੀ ਸ਼ਮੂਲੀਅਤ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਟਰੱਕ ਚਾਲਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੰਬੰਧੀ ਮੋਟੋ ਫੜੇ ਹੋਏ ਸਨ। ਰੈਲੀ ਦੇ ਮੁੱਖ ਪ੍ਰਬੰਧਕ ਅਤੇ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਜੇਦੀਪ ਸਾਹਸੀ ਨੇ ਇਸ ਰੈਲੀ ਬਾਰੇ ਦੱਸਿਆ ਕਿ ਹਾਈਵੇ ਦੀ ਹਾਲਾਤ ਇੰਨੀ ਮਾੜੀ ਹੈ ਕਿ ਬਰਫੀਲੇ ਤੂਫਾਨ ਦੌਰਾਨ ਕੋਈ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਕਿਸੇ ਡਰਾਈਵਰ ਨੂੰ ਸੱਟ ਨਾ ਲੱਗੀ ਹੋਵੇ ਜਾਂ ਦੁਰਘਟਨਾ ਕਾਰਨ ਕਿਸੇ ਦੀ ਜਾਨ ਨਾ ਗਈ ਹੋਵੇ। ਉਹਨਾਂ ਨੇ ਕਿਹਾ ਕਿ ਅਸੀਂ ਇਸ ਰੈਲੀ ਰਾਹੀਂ ਹਾਈਵੇ ਤੇ ਆਪਣੀਆਂ ਜਾਨਾਂ ਗਵਾਉਣ ਵਾਲੇ ਟਰੱਕ ਡਰਾਈਵਰਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਉਣ ਆਏ ਹਾਂ, ਜੋ ਆਪਣੇ ਪਰਿਵਾਰਾਂ ਲਈ ਆਏ ਤਾਂ ਰੋਜ਼ੀ ਰੋਟੀ ਕਮਾਉਣ ਸੀ, ਪਰ ਹਾਈਵੇ ਦੀ ਮਾੜੀ ਸਥਿਤੀ ਕਾਰਨ ਘਰ ਵਾਪਸ ਨਹੀਂ ਪਰਤ ਸਕੇ। ਉਹਨਾਂ ਨੇ ਕਿਹਾ ਕਿ ਹਾਈਵੇ ਦੇ ਦੇਖ-ਰੇਖ ਦੇ ਮਸਲੇ ਨੂੰ ਹੱਲ ਕਰਨ ਲਈ ਟਰਾਂਸਪੋਰਟ ਮੰਤਰਾਲੇ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਹਾਈਵੇ ਦੀ ਸਾਂਭ ਸੰਭਾਲ ਕਰਨ ਵਾਲੇ 28 ਠੇਕੇਦਾਰਾਂ ਨਾਲ
खुद ही गलबात करके ट्रक चालकां ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਣਗੇ ਕਿਉਂਕਿ ਡਰਾਈਵਰਾਂ ਦੀ ਬਸੋਬਾਰੀ ਗੱਲ ਨਹੀਂ ਹੈ ਉਹ ਇੱਕ ਠੇਕੇਦਾਰ ਨੂੰ ਆਪਣੀਆਂ ਸਮੱਸਿਆਵਾਂ ਦੱਸ ਸਕਣ। ਉਹਨਾਂ ਦੁੱਖ ਪ੍ਰਗਟ ਕੀਤਾ ਹੈ ਕਿ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਹਰ ਸਾਲ ਹਾਈਵੇ ਦਾ ਵੱਧ ਤੋਂ ਬਦਤਰ ਹਾਲ ਹੁੰਦਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਇਹ ਮੁੱਦਾ ਸਿਰਫ ਕੋਕੋਹਾਲਾ ਹਾਈਵੇ ਦਾ ਨਹੀਂ ਜੋ ਪਿਛਲੇ ਦਿਨੀ ਆਏ ਵੱਡੇ ਤੂਫਾਨ ਕਾਰਨ ਨੁਕਸਾਨਿਆ ਗਿਆ ਸੀ, ਸਗੋਂ ਇਹ ਮਸਲਾ ਤਾਂ ਸੂਬਾਈ ਪੱਧਰ ਦਾ ਮਸਲਾ ਹੈ। ਮੈਕਸੀਕੋ ਦੇ ਇੱਕ ਰਿਜ਼ੋਰਟ ਵਿੱਚ ਠਹਿਰੇ 3 ਕੈਨੇਡੀਅਨ ਨਾਗਰਿਕਾਂ ਨੂੰ ਗੋਲੀਆਂ ਨਾਲ ਵਿੰਨ ਦਿੱਤਾ ਗਿਆ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ ਅਤੇ ਤੀਜੇ ਦੀ ਹਾਲਾਤ ਨਾਜ਼ੁਕ ਬਣੇ ਹੋਏ ਨੇ। ਇਹ ਵਾਰਦਾਤ ਪਲਾਇਆ ਡੈਲ ਕਾਰਮਨ ਨੇੜੇ ਸਥਿਤ ਹੋਟਲ ਐਕਸਕੇਟ ਵਿੱਚ ਵਾਪਰੀ, ਪਰ ਫਿਲਹਾਲ ਗੋਲਾਬਾਰੀ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਮੈਕਸੀਕੋ ਦੇ ਕੋਟਾਨਾ ਰੂ ਸੂਬੇ ਦੇ ਸੁਰੱਖਿਆ ਮੰਤਰੀ ਲੂਸੀਓ ਹਰਨਾਂਡੇਜ਼ ਗੁਤੀਰੇਜ਼ ਨੇ ਦੱਸਿਆ ਕਿ ਹਮਲਾਵਰ ਮਹਿਮਾਨ ਬਣ ਕੇ ਰਿਜ਼ੋਰਟ ਵਿੱਚ ਠਹਿਰੇ ਕੈਨੇਡੀਅਨ ਨਾਗਰਿਕਾਂ ਕੋਲ ਆਇਆ ਸੀ, ਜੋ ਗੋਲੀਆਂ ਚਲਾਉਣ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ। ਗੋਲਾਬਾਰੀ ਦੇ ਸ਼ਿਕਾਰ ਬਣੇ ਲੋਕਾਂ ਦੀ ਸ਼ਨਾਖਤ ਕੈਨੇਡੀਅਨ ਨਾਗਰਿਕਾਂ ਵਜੋਂ ਕੀਤੀ ਗਈ ਹੈ, ਪਰ ਇਹਨਾਂ ਦੇ ਨਾਂ ਜਾਂ ਉਮਰ ਜਨਤਕ ਨਹੀਂ ਕੀਤੀ ਗਈ। ਸੀਸੀਟੀਵੀ ਦੀ ਇੱਕ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਦੇ ਹੱਥ ਵਿੱਚ ਪਿਸਤੌਲ ਹੈ ਅਤੇ ਉਹ ਨਿਸ਼ਾਨਾ ਵਿੰਨ ਰਿਹਾ ਹੈ। ਅਮਰੀਕਾ ਕੈਨੇਡਾ ਸਰਹੱਦ ਕੋਲ ਨਵਜਨਮੇ ਬੱਚੇ ਸਮੇਤ 4 ਭਾਰਤੀ ਨਾਗਰਿਕਾਂ ਦੇ ਇੱਕ ਪਰਿਵਾਰ ਦੇ ਮ੍ਰਿਤਕ ਪਾਏ ਜਾਣ ਦੀ ਘਟਨਾ ਦੇ ਬਾਅਦ ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਭਾਰਤੀ ਮਿਸ਼ਨ ਇਸ ਘਟਨਾ ਦੇ ਵੇਰਵੇ ਦਾ ਪਤਾ ਲਗਾਉਣ ਲਈ ਕੈਨੇਡਾ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਤੇ ਲਾਸ਼ਾਂ ਦਾ ਪੋਸਟਮਾਰਟਮ 24 ਜਨਵਰੀ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਉਹਨਾਂ ਨੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਢੁਕਵੇਂ ਦਸਤਾਵੇਜ਼ ਨਾ ਹੋਣ ਤੇ 7 ਲੋਕਾਂ ਨੂੰ ਅਤੇ ਕੈਨੇਡਾ ਤੋਂ ਅਮਰੀਕਾ 'ਚ ਮਨੁੱਖੀ ਤਸਕਰੀ ਕਰਨ 'ਚ ਸ਼ਾਮਲ ਹੋਣ ਨੂੰ ਲੈ ਕੇ ਇੱਕ ਅਮਰੀਕੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਹੈ। ਉਹਨਾਂ ਨੇ ਦੱਸਿਆ ਕਿ 19 ਜਨਵਰੀ ਨੂੰ ਮਿਨੇਸੋਟਾ ਰਾਜ ਵਿੱਚ ਅਮਰੀਕੀ ਅਧਿਕਾਰੀਆਂ ਨੇ ਅਮਰੀਕਾ ਕੈਨੇਡਾ ਸਰਹੱਦ ਕੋਲ ਢੁਕਵੇਂ ਦਸਤਾਵੇਜ਼ ਨਾ ਰੱਖਣ ਵਾਲੇ ਲੋਕਾਂ ਦੇ ਇੱਕ ਗਰੁੱਪ ਦਾ ਪਤਾ ਲਗਾਇਆ ਸੀ। ਕੈਨੇਡੀਅਨ ਅਧਿਕਾਰੀਆਂ ਨੇ ਭਾਲ ਸ਼ੁਰੂ ਕੀਤੀ ਹੈ ਤੇ ਮੈਨੀਟੋਬਾ ਪ੍ਰਾਂਤ ਵਿੱਚ ਸਰਹੱਦ ਤੇ 4 ਲਾਸ਼ਾਂ ਬਰਾਮਦ ਕੀਤੀਆਂ ਨੇ। ਇਹਨਾਂ 'ਚ ਮਰਦ, ਔਰਤ, ਕਿਸ਼ੋਰ ਤੇ ਇੱਕ ਨਵਜਨਮੇ ਬੱਚੇ ਦੀ ਠੰਡ ਨਾਲ ਮੌਤ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਟੋਰਾਂਟੋ 'ਚ ਭਾਰਤੀ ਕੌਂਸਲੇਟ ਜਨਰਲ ਨੇ ਇੱਕ ਕੂਟਨੀਤਿਕ ਟੀਮ ਮੈਨੀਟੋਬਾ ਭੇਜੀ ਹੈ ਜੋ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰ ਰਹੀ ਹੈ ਤਾਂ ਕਿ 4 ਮ੍ਰਿਤਕਾਂ ਦੇ ਸੰਬੰਧ 'ਚ ਕੂਟਨੀਤਿਕ ਮਦਦ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਓਟਾਵਾ 'ਚ ਹਾਈ ਕਮਿਸ਼ਨ ਦੇ ਕੌਂਸਲੇਟ ਜਨਰਲ ਵੀ ਇਸ ਘਟਨਾ ਦੇ ਵੇਰਵੇ ਬਾਰੇ ਪਤਾ ਲਗਾਉਣ ਲਈ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿੱਚ ਨੇ। ਅਮਰੀਕਾ ਦੇ ਸ਼ਿਕਾਗੋ 'ਚ ਭਾਰਤੀ ਕੌਂਸਲੇਟ ਜਨਰਲ ਨੇ ਇੱਕ ਕੂਟਨੀਤਿਕ ਟੀਮ ਮਿਆਨਪੋਲਿਸ ਭੇਜੀ ਹੈ ਜੋ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੀ ਹੈ। ਅਮਰੀਕਾ ਸਥਿਤ ਰਣਜੀਤ ਨਗਰ ਫਾਊਂਡੇਸ਼ਨ ਨੇ ਚੇਲਮ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ 'ਚ ਗੁਰਦੁਆਰਾ ਚੌਬਾ ਸਾਹਿਬ ਦੇ ਨਵੀਨੀਕਰਨ ਅਤੇ ਸਭ ਨਿਰਮਾਣ ਗਤੀਵਿਧੀਆਂ ਨੂੰ ਰੋਕ ਦਿੱਤਾ ਹੈ। ਫਾਊਂਡੇਸ਼ਨ ਨੇ ਆਪਣੇ ਫੈਸਲੇ ਨੂੰ ਅਧਿਸੂਚਿਤ ਕਰਦੇ ਹੋਏ ਕਿਹਾ ਕਿ ਉਸਨੇ ਇਵੈਕਿਊਈ ਟਰਸਟ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਬਿੱਲ ਅਤੇ ਖਰਚੇ ਦਾ ਵੇਰਵਾ ਪ੍ਰਦਾਨ ਕਰਨ 'ਚ ਗੈਰ ਅਨੁਪਾਲਨ ਦੇ ਕਾਰਨ ਇਹ ਫੈਸਲਾ ਲਿਆ ਹੈ। ਮੀਡੀਆ ਰਿਪੋਰਟ ਵਿੱਚ ਰਣਜੀਤ ਨਗਰ ਫਾਊਂਡੇਸ਼ਨ ਦੇ ਨਿਰਦੇਸ਼ਕ ਸਤਪ੍ਰੀਤ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਨਿਯਮ ਨੂੰ ਉਹਨਾਂ ਆਪਣੇ ਖਰਚ ਦੇ ਦਸਤਾਵੇਜ਼ ਆਂਤਰਿਕ ਰਾਜ ਸਭ ਸੇਵਾ ਨਿਆਂ ਵਿਭਾਗ ਨੂੰ ਸਾਲਾਨਾ ਉਪਲਬਧ ਕਰਵਾਉਣ ਲਈ ਮਜਬੂਰ ਕਰਦੇ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੇਰਵੇ ਨੂੰ 15 ਮਈ ਨੂੰ ਜਾਂ ਉਸ ਤੋਂ ਪਹਿਲਾਂ ਜਨਤਕ ਡੋਮੇਨ 'ਚ ਰੱਖਣ ਲਈ ਵਿਭਾਗ ਦੀ ਸਾਈਟ ਤੇ ਅਪਡੇਟ ਕੀਤਾ ਜਾਣਾ ਹੈ, ਪਰ ਪਾਕਿਸਤਾਨ 'ਚ ETPB ਦਫ਼ਤਰ ਨੇ ਜ਼ਰੂਰੀ ਦਸਤਾਵੇਜ਼ ਉਪਲਬਧ ਨਹੀਂ ਕਰਵਾਏ, ਇਸ ਲਈ NGO ਨੇ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦਾ ਫੈਸਲਾ ਕੀਤਾ। ਰਿਪੋਰਟ ਮੁਤਾਬਕ ਪਹਿਲੇ ਵੀ ETPB ਅਤੇ PSGPC ਦੇ ਅਧਿਕਾਰੀਆਂ ਵੱਲੋਂ ਗੁਰਦੁਆਰਾ ਫੰਡ ਦੀ ਹੇਰਾਫੇਰੀ ਦੀਆਂ ਖਬਰਾਂ ਆ ਚੁੱਕੀਆਂ ਨੇ। ਫਾਊਂਡੇਸ਼ਨ ਨੂੰ ਵੱਡੇ ਪੈਮਾਨੇ ਤੇ ਸਿੱਖ ਪ੍ਰਵਾਸੀ ਵੱਲੋਂ ਵਿੱਤ ਪੋਸ਼ਿਤ ਕੀਤਾ ਜਾਂਦਾ ਹੈ। ਗੁਰਦੁਆਰਾ ਚੌਬਾ ਸਾਹਿਬ ਪ੍ਰੋਜੈਕਟ ਦੇ ਬਾਰੇ 'ਚ ਫਾਊਂਡੇਸ਼ਨ ਆਪਣੀ ਵੈਬਸਾਈਟ ਤੇ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਖੇਤਰ 'ਚ ਪਾਣੀ ਬਹਾਉਣ ਦੀ ਸ਼ੁਰੂਆਤ ਕੀਤੀ ਸੀ। ਪਾਣੀ ਦੇ ਝਰਵੇ ਨੂੰ ਚੌਬਾ ਕਿਹਾ ਜਾਂਦਾ ਹੈ, ਇਸ ਲਈ ਇਸ ਜਗ੍ਹਾ ਨੂੰ ਚੌਬਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਾਲਟਿਕ ਦੇਸ਼ ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਇੱਕ ਮਹੱਤਵਪੂਰਨ ਘਟਨਾਕ੍ਰਮ 'ਚ ਅਮਰੀਕਾ ਵੱਲੋਂ ਬਣਾਏ ਗਏ ਟੈਂਕ ਅਤੇ ਐਂਟੀ ਏਅਰਕ੍ਰਾਫਟ ਮਿਜ਼ਾਈਲ ਯੂਕਰੇਨ ਭੇਜਣਗੇ। ਇਹ ਫੈਸਲਾ ਅਜਿਹੇ ਸਮੇਂ ਕੀਤਾ ਗਿਆ ਜਦ ਵਾਸ਼ਿੰਗਟਨ ਨੇ ਕਿਹਾ ਕਿ ਉਹ ਮਾਸਕੋ ਨਾਲ ਕੀਵ ਦੇ ਵੱਧਦੇ ਤਣਾਅ ਦਰਮਿਆਨ ਪੂਰੀ ਤਰ੍ਹਾਂ ਨਾਲ ਯੂਕਰੇਨ ਦਾ ਸਮਰਥਨ ਕਰਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ
ਕਿ ਵਾਸ਼ਿੰਗਟਨ 3 ਨਾਟੋ ਦੇਸ਼ਾਂ ਅਤੇ ਪੂਰਬ ਸੋਵੀਅਤ ਗਣਰਾਜਾਂ ਨੂੰ ਯੂਕਰੇਨ ਨੂੰ ਉਹਨਾਂ ਦੇ ਲੰਬੇ ਸਮੇਂ ਤੋਂ ਸਮਰਥਨ ਲਈ ਸਲਾਮ ਕਰਦਾ ਹੈ। ਬਲਿੰਕਨ ਨੇ ਇੱਕ ਹੋਰ ਟਵੀਟ 'ਚ ਕਿਹਾ ਕਿ ਅਸੀਂ ਰੱਖਿਆਤਮਕ ਉਪਕਰਣ ਭੇਜੇ ਜਾਣ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਹਾਂ ਜੋ ਨਾਟੋ ਸਹਿਯੋਗੀਆਂ ਐਸਟੋਨੀਆ, ਲਾਤਵੀਆ ਅਤੇ ਲੁਥਾਨੀਆ ਯੂਕਰੇਨ ਨੂੰ ਰੂਸ ਦੀ ਬਿਨਾਂ ਕਾਰਨ ਅਤੇ ਗੈਰ ਜ਼ਿੰਮੇਵਾਰ ਹਮਲਾਵਰ ਵਿਰੁੱਧ ਉਸ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਪ੍ਰਦਾਨ ਕਰ ਰਹੇ ਨੇ। रूसी राष्ट्रपति व्लादिमीर पुतिन ने बुलारे दमित्री पेस्कोव ने इस हफ्ते की शुरुआत यूक्रेन ਨੂੰ ਪੱਛਮੀ ਹਥਿਆਰਾਂ ਦੀ ਸਪਲਾਈ ਨੂੰ ਬੇहद ਖਤਰਨਾਕ ਦੱਸਿਆ ਸੀ। ਮਾਸਕੋ ਨੇ ਯੂਕਰੇਨ ਨਾਲ ਲੱਗਦੀ ਸਰਹੱਦ ਤੇ ਹਜ਼ਾਰਾਂ ਫੌਜੀਆਂ ਨੂੰ ਇਕੱਠਾ ਕੀਤਾ ਜਿਸ ਨਾਲ ਹਮਲੇ ਦਾ ਖਦਸ਼ਾ ਵੱਧ ਗਿਆ। ਪੱਛਮੀ ਨੇ ਮਾਸਕੋ ਦੀਆਂ ਇਹਨਾਂ ਮੁੱਖ ਮੰਗਾਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਨਾਟੋ ਵਾਅਦਾ ਕਰਦਾ ਹੈ ਕਿ ਯੂਕਰੇਨ ਨੂੰ ਕਦੇ ਵੀ ਉਸਦੇ ਮੈਂਬਰ ਦੇ ਰੂਪ ਵਿੱਚ ਨਹੀਂ ਜੋੜਿਆ ਜਾਏਗਾ। ਰੂਸੀ ਸਰਹੱਦਾਂ ਨੇੜੇ ਕੋਈ ਗੱਠਜੋੜ ਹਥਿਆਰ ਤਾਇਨਾਤ ਨਹੀਂ ਕੀਤਾ ਜਾਏਗਾ ਅਤੇ ਮੱਧ ਪੂਰਬੀ ਯੂਰਪ ਤੋਂ ਆਪਣੀ ਫੌਜ ਵਾਪਸ ਬੁਲਾ ਲਏਗਾ। ਬਲਿੰਕਨ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦਰਮਿਆਨ ਸ਼ੁੱਕਰਵਾਰ ਨੂੰ ਬੈਠਕ ਖਤਮ ਹੋਈ ਹੈ ਪਰ ਬੇਨਤੀਜਾ। यूक्रेन रूस सरहद ते तणाव दरमियान अमेरिका ने यूक्रेन ਨੂੰ ਖਤਰਨਾਕ ਹਥਿਆਰਾਂ ਦੀ ਪਹਿਲੀ ਖੇਪ ਪਹੁੰਚਾ ਦਿੱਤੀ ਹੈ। ਕੀਵ ਵਿੱਚ ਅਮਰੀਕੀ ਦੂਤਘਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਦੂਤਘਰ ਨੇ ਟਵਿੱਟਰ ਤੇ ਕਿਹਾ, ਹਾਲ ਹੀ ਵਿੱਚ ਰਾਸ਼ਟਰਪਤੀ ਬਾਈਡਨ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਸਹਾਇਤਾ ਦੀ ਪਹਿਲੀ ਖੇਪ ਰਾਤ ਯੂਕਰੇਨ ਪਹੁੰਚੀ ਹੈ। ਇਸ ਸ਼ਿਪਮੈਂਟ ਵਿੱਚ ਲਗਭਗ 2 ਲੱਖ ਪਾਉਂਡ ਦੀ ਖਤਰਨਾਕ ਹਥਿਆਰਾਂ ਦੀ ਸਹਾਇਤਾ शामिल है जिस विच यूक्रेन दे फ्रंटलाइन डिफेंडरां लई गोला बारूद भी शामिल है। यूक्रेन वाल रूस की वधदी हमलावारता के मद्देनज़र साल 2014 के बाद तो 2.7 बिलियन अमेरिकी डॉलर की सहायता उसकी रखिया प्रणाली नूं मजबूत करन दी अमेरिका की वचनबद्धता नूं दर्शाउंदी है। इस दौरान मंगलवार नूं अमेरिकी विदेश विभाग ने कहा कि वाशिंगटन यूक्रेन नूं फौजी सहायता प्रदान करना जारी रखेगा। आने वाले हफ्तिਆਂ 'ਚ नवी सप्लाई पहुंचाउण दी उम्मीद है। दूजे पासे रूस बार-बार अमेरिका ਨੂੰ ਕੀਵ ਨੂੰ ਹਥਿਆਰ ਨਾ ਦੇਣ ਦੀ ਅਪੀਲ ਕਰ ਰਿਹਾ। ਪਿਛਲੇ ਕੁਝ ਮਹੀਨਿਆਂ 'ਚ ਅਮਰੀਕਾ ਤੇ ਯੂਕਰੇਨ ਨੇ ਰੂਸ ਤੇ ਦੋਸ਼ ਲਗਾਇਆ ਕਿ ਰੂਸ ਯੂਕਰੇਨ ਤੇ ਹਮਲਾ ਕਰਨ ਦੀ ਯੂਕਰੇਨ ਦੀ ਸਰਹੱਦ ਨੇੜੇ ਫੌਜਾਂ ਨੂੰ ਇਕੱਠਾ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਰੂਸ ਨੇ ਇਹਨਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਦਾ ਯੂਕਰੇਨ ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਉਸ ਨੂੰ ਆਪਣੇ ਖੇਤਰ ਵਿੱਚ ਫੌਜ ਭੇਜਣ ਦਾ ਅਧਿਕਾਰ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਪਰਿਵਾਰ ਦੀ ਧੀ ਨੀਨਾ ਪੁਰੇਵਾਲ ਸੂਬਾਈ ਅਦਾਲਤ ਦੀ ਜੱਜ ਬਣ ਕੇ ਪੂਰੀ ਕੌਮ ਦਾ ਨਾਮ ਰੌਸ਼ਨ ਕਰੇਗੀ। ਉਹ 31 ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਲੈਣਗੇ। ਨੀਨਾ ਪੁਰੇਵਾਲ ਉੱਤਰੀ ਖੇਤਰ ਵਿੱਚ ਆਪਣੇ ਅਹੁਦੇ ਤੇ ਤਾਇਨਾਤ ਹੋਣਗੇ। ਇੱਥੇ ਬਾਹਰਲੇ ਭਾਈਚਾਰਿਆਂ ਦੇ ਪੁਲਿਸ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਪ੍ਰਿੰਸ ਜਾਰਜ ਖੇਤਰੀ ਸੁਧਾਰ ਕੇਂਦਰ ਵਿੱਚ ਭੇਜੇ ਜਾਣ ਦੀ ਬਜਾਏ ਇੱਥੇ ਜ਼ਮਾਨਤ ਤੇ ਸੁਣਵਾਈ ਹੁੰਦੀ ਹੈ। ਨੀਨਾ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ। ਉਹਨਾਂ ਨੇ 2005 ਵਿੱਚ ਗ੍ਰੈਜੂਏਸ਼ਨ ਕੀਤੀ ਅਤੇ 2013 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ। ਲਾਅ ਵਿੱਚ ਆਪਣੇ ਪੂਰੇ ਕੈਰੀਅਰ ਦੌਰਾਨ ਉਸਨੇ ਤੰਜ਼ਾਨੀਆ ਵਿੱਚ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਪੀਵੋਟ ਲੀਗਲ ਸੁਸਾਇਟੀ LLP ਲਈ ਇੱਕ ਸੂਬਾਈ ਸਰਕਾਰ ਦੇ ਬੱਚੇ ਤੇ ਨੌਜਵਾਨ ਵਕੀਲ ਵਜੋਂ ਡਿਊਟੀ ਸਲਾਹਕਾਰ ਵਜੋਂ ਅਤੇ ਸਮਥ੍ਰਿਜ਼ ਦਫ਼ਤਰ ਵਿੱਚ ਕ੍ਰਾਊਨ ਵਕੀਲ ਵਜੋਂ ਕੰਮ ਕੀਤਾ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਉਹਨਾਂ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ 2 ਹੋਰ ਨਵੇਂ ਜੱਜ ਸਕਾਟ ਮੁਲਡਰ ਅਤੇ ਮਾਈਕਲ ਮੁਨਰੋ ਨੂੰ ਵੀ ਨਿਯੁਕਤ ਕੀਤਾ ਗਿਆ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸੰਯੁਕਤ ਸਮਾਜ ਮੋਰਚੇ ਦੇ ਨਾਲ ਸਿਆਸਤ ਵਿੱਚ ਕਦਮ ਰੱਖ ਚੁੱਕੇ ਨੇ। ਬਾਕੀ ਸਿਆਸੀ ਪਾਰਟੀਆਂ ਦੇ ਨਾਲ ਸੰਯੁਕਤ ਸਮਾਜ ਮੋਰਚਾ ਵੀ ਇਸ ਵਾਰ ਚੋਣ ਮੈਦਾਨ 'ਚ ਹੈ। ਇੱਕ ਇੰਟਰਵਿਊ ਦੌਰਾਨ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਸੁਧਾਰਨ ਲਈ 22 ਜਥੇਬੰਦੀਆਂ ਨੇ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ। ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਹੈ। ਅਸੀਂ ਸਿਆਸਤ ਵਿੱਚ ਗੱਦੀ ਦਾ ਸੁੱਖ ਭੋਗਣ ਨਹੀਂ ਆ ਰਹੇ ਸਗੋਂ ਪੰਜਾਬ ਨੂੰ ਬਚਾਉਣ ਦੇ ਸਿਸਟਮ ਵਿੱਚ ਸੁਧਾਰ ਕਰਨ ਲਈ ਆ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਸੰਯੁਕਤ ਸਮਾਜ ਮੋਰਚਾ ਸਾਰੀਆਂ 117 ਸੀਟਾਂ ਤੇ ਚੋਣ ਲੜ ਰਿਹਾ। ਚੜੂਨੀ ਦੀ ਪਾਰਟੀ ਵੀ ਸਾਡਾ ਹੀ ਹਿੱਸਾ ਹੈ ਤੇ ਉਹ 10 ਸੀਟਾਂ ਤੇ ਚੋਣ ਲੜਨਗੇ। ਅਸੀਂ ਅਜੇ ਤੱਕ 57 ਸੀਟਾਂ ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀ ਉਗਰਾਹਾਂ ਸਾਡੀ ਜਥੇਬੰਦੀ ਵਿੱਚ ਸ਼ਾਮਲ ਨਹੀਂ ਹੈ ਪਰ ਇੱਕ ਵੇਲਾ ਉਹ ਵੀ ਆਏਗਾ ਕਿ ਉਹ ਵੀ ਲੜਨਗੇ, ਅੱਜ ਨਹੀਂ ਤਾਂ ਕੱਲ ਜ਼ਰੂਰ। ਬਲਵੀਰ ਰਾਜੇਵਾਲ ਨੇ ਕਿਹਾ ਕਿ ਲੋਕ ਸਾਡੇ ਨਾਲ ਨੇ, ਲੋਕ ਅੰਦੋਲਨ ਦੇ ਨਾਲ ਨੇ, ਅੰਦੋਲਨਕਾਰੀਆਂ ਦੇ ਨਾਲ ਹਨ। ਅੰਦੋਲਨ ਵਿੱਚ ਜੋ ਲੋਕ ਗਏ ਉਹ ਸਿਰਫ ਸਾਡੇ ਨਾਲ ਨੇ। ਚੋਣ ਕਮਿਸ਼ਨ ਨੇ ਪੰਜਾਬ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਰੈਲੀਆਂ ਅਤੇ ਰੋਡ ਸ਼ੋਅ ਤੇ ਲਗਾਈ ਗਈ ਪਾਬੰਦੀ ਨੂੰ 31 ਜਨਵਰੀ ਤੱਕ ਵਧਾ ਦਿੱਤਾ। ਉਂਝ ਚੋਣਾਂ ਦੇ ਪਹਿਲੇ ਗੇੜ ਲਈ ਸਿਆਸੀ ਪਾਰਟੀਆਂ ਜਾਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਜਨਤਕ ਮੀਟਿੰਗਾਂ ਲਈ 28 ਜਨਵਰੀ ਤੋਂ ਰਾਹਤ ਦੇਣ ਦਾ ਐਲਾਨ ਕੀਤਾ ਗਿਆ।
ਇਸੇ ਤਰ੍ਹਾਂ ਦੂਜੇ ਗੇੜ ਲਈ 1 ਫਰਵਰੀ ਤੋਂ ਜਨਤਕ ਮੀਟਿੰਗਾਂ 'ਚ ਛੋਟ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਚੋਣ ਕਮਿਸ਼ਨ ਨੇ ਰੈਲੀਆਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਤੇ ਪਹਿਲਾਂ 15 ਅਤੇ ਫਿਰ 22 ਜਨਵਰੀ ਤੱਕ ਪਾਬੰਦੀਆਂ ਲਗਾਈਆਂ ਸਨ। ਚੋਣ ਕਮਿਸ਼ਨ ਨੇ ਕਿਹਾ ਕਿ ਘਰ-ਘਰ ਪ੍ਰਚਾਰ ਕਰਨ ਲਈ ਹੁਣ 5 ਦੀ ਥਾਂ 10 ਵਿਅਕਤੀ ਜਾ ਸਕਣਗੇ। ਉਹਨਾਂ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਤੈਅਸ਼ੁਦਾ ਖੁੱਲੀਆਂ ਥਾਵਾਂ ਤੇ ਪ੍ਰਚਾਰ ਲਈ ਵੀਡੀਓ ਬੈਨਾਂ ਖੜੀਆਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਜਨੀਤਿਕ ਪਾਰਟੀਆਂ ਲਈ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਚੋਣ ਲੜਨ ਲਈ ਚੁਣੇ ਜਾਣ ਸੰਬੰਧੀ ਵਾਜਿਬ ਸਪਸ਼ਟੀਕਰਨ ਪ੍ਰਕਾਸ਼ਿਤ ਕਰਨ ਨੂੰ ਲਾਜ਼ਮੀ ਬਣਾਉਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਲਈ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਨ ਲਈ ਇੱਕ ਮੋਬਾਈਲ ਐਪਲੀਕੇਸ਼ਨ ਨੋ ਯੂਅਰ ਕੈਂਡੀਡੇਟ ਲਾਂਚ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਨੇ ਸ਼ਨੀਚਰਵਾਰ ਨੂੰ ਦਿੱਤੀ ਹੈ। ਸੂਬੇ ਦੇ ਵੋਟਰਾਂ ਨੂੰ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਡਾਕਟਰ ਰਾਜੂ ਨੇ ਕਿਹਾ ਕਿ ਇਹ ਐਪ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਇਸ ਦਾ ਲਿੰਕ ਕਮਿਸ਼ਨ ਦੀ ਵੈਬਸਾਈਟ ਤੇ ਵੀ ਉਪਲਬਧ ਹੈ। ਰਿਟਰਨਿੰਗ ਅਫਸਰਾਂ ਨੂੰ ਐਪ ਤੇ ਕੇਵਲ ਸਹੀ ਦਸਤਾਵੇਜ਼ ਅਪਲੋਡ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਉਮੀਦਵਾਰ ਅਪਰਾਧਿਕ ਪਿਛੋਕੜ ਨੂੰ ਦਰਸਾਉਣ ਲਈ ਹਾਂ ਜਾਂ ਨਹੀਂ ਵਾਲਾ ਚੈੱਕ ਬਾਕਸ ਟਿਕ ਕੀਤਾ ਜਾਵੇ ਅਤੇ ਉਮੀਦਵਾਰਾਂ ਵੱਲੋਂ ਆਫਲਾਈਨ ਨਾਮਜ਼ਦਗੀ ਸਮੇਂ ਜਮ੍ਹਾਂ ਕਰਵਾਏ ਗਏ ਸਕੈਨਡ ਦਸਤਾਵੇਜ਼ ਹੀ ਅਪਲੋਡ ਕੀਤੇ ਜਾਣ। ਅਪਰਾਧਿਕ ਪਿਛੋਕੜ ਸੰਬੰਧੀ ਵੇਰਵੇ KYC ਐਪ ਨਹੀਂ ਜਨਤਕ ਕੀਤੇ ਵੇਰਵਿਆਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਨੇ। ਰਿਟਰਨਿੰਗ ਅਫਸਰ ਵੱਲੋਂ ਵੇਰਵਿਆਂ ਨੂੰ ਦੁਬਾਰਾ ਤਸਦੀਕ ਕੀਤਾ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਉਮੀਦਵਾਰ ਦੁਆਰਾ ਜਮ੍ਹਾਂ ਕੀਤੇ ਗਏ ਵੇਰਵਿਆਂ ਦੇ ਅਨੁਸਾਰ ਹੀ ਚੈੱਕ ਬਾਕਸ ਨੂੰ ਹਾਂ ਜਾਂ ਨਹੀਂ ਵਜੋਂ ਉਚਿਤ ਢੰਗ ਨਾਲ ਚਿੰਨ੍ਹਿਤ ਕੀਤਾ ਗਿਆ ਹੋਵੇ। ਵੱਖ-ਵੱਖ ਮੋਬਾਈਲ ਵੋਟਰ ਫ੍ਰੈਂਡਲੀ ਐਪਸ ਸ਼ੁਰੂ ਕਰਨ ਜਿਹੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਕੁਝ ਹੋਰ ਨਵੀਆਂ ਪਹਿਲ ਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਐਸ ਕਰੁਣਾ ਰਾਜੂ ਨੇ ਕਿਹਾ ਕਿ ECI ਵੱਲੋਂ ਇੱਕ ਹੋਰ ਐਪਲੀਕੇਸ਼ਨ ਸੁਵਿਧਾ ਐਪ ਵੀ ਲਾਂਚ ਕੀਤੀ ਗਈ ਹੈ ਜੋ ਕਿ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੋਵਾਂ ਲਈ ਮੀਟਿੰਗ, ਰੈਲੀਆਂ ਆਦਿ ਕਰਵਾਉਣ ਤੋਂ ਪਹਿਲਾਂ ਪ੍ਰਵਾਨਗੀ ਲੈਣ ਲਈ ਅਰਜ਼ੀ ਦੇਣ ਸੰਬੰਧੀ ਇੱਕ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।